ਅੱਛਾ ਉਹ ਨਾ ਬਾਦਸ਼ਾਹ ਦੇ 3 ਬੇਟੇ ਆਏ ਉਹਨਾਂ ਦੀ ਕੀ ਸਟੋਰੀ ਹੈ ਤੁਹਾਡੇ ਕੋਲ? ਅੱਛਾ ਉਹ ਜੀ ਗੱਲ ਇਹ ਵੀ ਉਹ ਬਾਦਸ਼ਾਹ ਸੀ ਤੇ ਉਹ ਫੌਤ ਹੋਣ ਤੋਂ ਅਗਦੂ ਨੇ ਆਪਣੇ 3 ਬੇਟਿਆਂ ਨੂੰ ਬੁਲਾਇਆ। ਠੀਕ ਹੈ ਉਹਨਾਂ ਕਿਹਾ ਵੀ ਗੱਲ ਸੁਣੋ ਨਾ, ਮੈਂ ਫੌਤ ਹੋ ਜਾਵਾਂ ਨਾ ਜੀ ਤੇ ਤੁਸੀਂ ਇਹ ਜਿਹੜਾ ਮਾਲ ਹੈ ਨਾ ਜੀ ਜੀ ਇਹ ਇੱਕ ਨੂੰ ਅੱਧ ਮਿਲੇ, ਠੀਕ ਹੈ ਇੱਕ ਨੂੰ 6ਵਾਂ ਹਿੱਸਾ, ਠੀਕ ਹੈ ਇੱਕ ਨੂੰ ਦੂਜਾ ਹਿੱਸਾ। ਠੀਕ ਹੈ ਉਹਨਾਂ ਕਿਹਾ ਠੀਕ ਹੈ। ਠੀਕ ਉਹ ਫੌਤ ਹੋਇਆ, ਜਦੋਂ ਫੌਤ ਹੋਇਆ ਤਾਂ ਉਹਨੇ ਵੇਖਿਆ ਤੇ ਉਹਨਾਂ ਦੇ ਕੋਲ ਮਾਲ ਸੀ ਜਨਾਬ 17 ਊਂਠ ਠੀਕ ਹੈ ਤੇ ਕੋਈ ਜ਼ਮੀਨ ਦੀ ਵੰਡ ਉਹਨਾਂ ਕਰ ਕੁਰ ਲਈ ਸੀ। ਠੀਕ ਹੈ ਇਹ ਊਂਠਾਂ ਦੀ ਵੰਡ ਨਹੀਂ ਸੀ ਉਹਨਾਂ ਕੋਲ। ਠੀਕ ਹੈ ਮਤਲਬ ਕਿ 17 ਊਂਠ ਸਨ ਤੇ ਉਹਦਾ ਪਹਿਲੇ ਨੰਬਰ ਤੇ ਅੱਧ ਅੱਧ ਨਹੀਂ ਸੀ ਦੇਣਾ ਨਾ, ਉਹ 8.5 ਨੇ ਅੱਧ ਨਹੀਂ ਸੀ ਹੋ ਅੱਧ ਰਿਹਾ। ਨਹੀਂ ਸੀ ਹੋ ਰਿਹਾ। ਠੀਕ ਹੈ ਜਾਂ 16 ਹੁੰਦੇ 8 ਆ ਜਾਂਦੇ। 8 ਬਿਲਕੁਲ ਉਹਨਾਂ ਨੇ ਕਿਹਾ, ਉਹ ਕਿਸੇ ਵੱਡੇ ਬੰਦੇ ਉਹਨਾਂ ਨੂੰ ਸਿਆਣੇ ਆਖਿਆ ਭਾਈ ਤੁਸੀਂ ਇੱਥੇ ਕਾਜ਼ੀ ਹੈ, ਅੱਛਾ ਉਹਦੇ ਕੋਲ ਜਾਓ ਤੇ ਉਹ ਤੁਹਾਡੀ ਇਹ ਵੰਡ ਕੱਢੇਗਾ। ਠੀਕ ਹੈ ਉਹ ਵੀ ਬਾਦਸ਼ਾਹ ਹੈ ਠੀਕ ਤੇ ਹੈ ਬੜੇ ਬੜੇ ਉਹਦੇ ਕੋਲ ਡੇਰੇ ਆਉਂਦੇ। ਠੀਕ ਹੈ ਉਹਨਾਂ ਨੇ 17 ਊਂਠ ਆਪਣੇ ਨਾਲ ਟੋਰ ਲਏ। ਠੀਕ ਹੈ ਉਹ ਟੁਰ ਪਿਆ, ਉਹਨਾਂ ਕਿਹਾ ਚਲੋ ਉੱਥੇ ਚੱਲੀ। ਅੱਛਾ ਹੁਣ ਟੁਰਦੇ ਜਾਂਦੇ ਨੇ ਤੇ ਰਸਤੇ ਵਿੱਚੋਂ ਇੱਕ ਬੰਦਾ ਆਇਆ, ਉਸ ਆਖਿਆ ਊਂਠਾਂ ਵਾਲਿਓ ਤੁਸੀਂ ਇਸ ਰਸਤੇ ਤੇ ਆਏ ਹੋ, ਠੀਕ ਹੈ ਇੱਥੋਂ ਕਿਤੇ ਬੀਬੀ ਤੇ ਨਹੀਂ ਤੁਸੀਂ ਵੇਖੀ? ਠੀਕ ਹੈ ਉਹ ਇੱਕ ਕਹਿੰਦਾ ਵੀ ਬੀਬੀ ਬੱਚੀ ਬੱਚਾ ਹੋਣ ਵਾਲਾ ਸੀ। ਅੱਛਾ ਉਹਨਾਂ ਕਿਹਾ ਆਹੋ। ਅੱਛਾ ਤੇ ਉਹਨੇ ਕਿਹਾ ਘਰੋਂ ਲੜ ਕੇ ਜਾ ਰਹੀ ਸੀ ਚੋਰੀ? ਹੂੰ ਉਹਨੇ ਕਿਹਾ ਆਹੋ ਚੋਰੀ ਜਾ ਰਹੀ, ਲੜ ਕੇ ਜਾ ਰਹੀ। ਅੱਛਾ ਉਹਨੇ ਕਿਹਾ ਅਸਾਂ ਨਹੀਂ ਵੇਖੀ। ਉਹ ਤੇਰੀ ਉਦੋਂ ਮਲਾਮਤਾਂ ਵੀ ਦੱਸਦੇ ਨੇ ਤੇ ਉਦੋਂ ਮੰਨਦੇ ਵੀ ਨਹੀਂ ਪਏ। ਉਹ ਆਂਦੇ ਅਸਾਂ ਨਹੀਂ ਵੇਖੀ। ਅੱਛਾ ਉਹਨਾਂ ਕਿਹਾ ਵੀ ਭਾਈ ਤੁਸੀਂ ਇਹ ਹੁਲੀਏ ਸਹੀ ਦੱਸਦੇ ਪਏ ਹੋ, ਬੀਬੀ ਸਾਡੀ ਤੁਹਾਡੇ ਕੋਲ। ਸਾਰੀ ਗੱਲ ਉਸ ਤੇ ਫਿਰ ਰੱਖਣਾ ਸੀ। ਉਹਨਾਂ ਕਿਹਾ ਭਾਈ ਅਸੀਂ ਤੇ ਆਪ ਕਾਜ਼ੀ ਕੋਲ ਜਾਂਦੇ ਪਏ ਆ ਇਹ ਆਪਣੀ ਵੰਡ ਵਾਸਤੇ, ਠੀਕ ਤੇ ਤੂੰ ਵੀ ਸਾਡੇ ਨਾਲ ਆ ਜਾ, ਤੂੰ ਵੀ ਆਪਣੀ ਉੱਥੇ ਗੱਲ ਕਰਕੇ ਸਾਡੇ ਕੋਲ ਬੀਬੀ ਹੋਈ ਤੇ ਆਪਣੀ ਤੂੰ ਵੀ ਲੈ ਲੈ। ਠੀਕ ਹੈ ਉਹ ਟੁਰ ਪਿਆ ਨਾਲ, ਠੀਕ ਹੈ 4 ਬੰਦੇ ਹੋ ਗਏ। ਹਾਂਜੀ 4 ਹੋ ਗਏ। ਅੱਗੋਂ ਟੁਰਦਿਆਂ ਟੁਰਦਿਆਂ ਗਏ ਤੇ ਉਹਲੇ ਜੰਗਲ ਬੀਆਬਾਨ ਹੁੰਦੇ ਸੀ, ਉੱਥੋਂ ਇੱਕ ਬੰਦੇ ਦੀ ਉਠਣੀ ਗੁਆਚੀ ਸੀ। ਅੱਛਾ ਉਹ ਭਜਦਾ ਆਇਆ ਪਿਆ, ਊਂਠਾਂ ਵਾਲੇ ਆ ਗਏ ਨੇ ਸ਼ਾਇਦ ਇਹਦੇ ਵਿੱਚ ਇਹਦੇ ਹੋਵੇ। ਵਿੱਚ ਹੋਵੇ। ਉਹਨੇ ਵੇਖਿਆ ਉਠਣੀ ਕੋਈ ਨਾ, ਉਹਨੇ ਕਿਹਾ ਬਾਜੀ ਇਹ ਮੇਰੀ ਇੱਕ ਉਠਣੀ ਗੁਆਚੀ ਏ ਤੇ ਇਸੇ ਰਸਤੇ ਗਈ ਏ, ਕਿਤੇ ਵੇਖੀ ਨਹੀਂ? ਠੀਕ ਹੈ ਉਹਨਾਂ ਕਿਹਾ ਵੀ ਉਠਣੀ ਇੱਕ ਅੱਖ ਤੂੰ ਕਾਣੀ ਸੀ? ਅੱਛਾ ਉਹ ਕਹਿੰਦਾ ਹਾਂ ਇੱਕ ਅੱਖ ਤੂੰ ਉਠਣੀ ਕਾਣੀ। ਠੀਕ ਹੈ ਤੇ ਦੂਜਾ ਉਹਨੇ ਕਿਹਾ ਵੀ ਉਹ ਉਠਣੀ ਸੂਣ ਵਾਲੀ ਸੀ? ਅੱਛਾ ਉਹਨੇ ਕਿਹਾ ਆਹੋ। ਉਹਦੀਆਂ ਵੀ ਅਲਾਮਤਾਂ ਮੰਨ ਲਈਆਂ। ਨਵੀਂ ਮੰਨ ਲਈ। ਅੱਛਾ ਉਹਨਾਂ ਕਿਹਾ ਵੀ ਉਠਣੀ ਅਸਾਂ ਨਹੀਂ ਵੇਖੀ। ਫਿਰ ਇਨਕਾਰ ਕਰ ਦਿੱਤਾ। ਫਿਰ ਇਨਕਾਰ ਅਸਾਂ ਨਹੀਂ ਵੇਖੀ। ਅੱਛਾ ਉਹਨੇ ਆਖਿਆ ਵੀ ਇਹ ਤੁਸੀਂ ਹੁਲੀਏ ਸਹੀ ਦੱਸਦੇ ਪਏ, ਉਠਣੀ ਮੇਰੀ ਤੁਹਾਡੇ ਕੋਲ। ਬਿਲਕੁਲ ਉਹਦਾ ਵੀ ਯਕੀਨ ਉਹਨਾਂ ਤੇ ਹੀ। ਉਹਨਾਂ ਦੀ ਉਠਣੀ ਲਿਆਓ। ਹਾਂ ਉਸ ਆਖਿਆ ਅਸੀਂ ਇਹ ਇੱਕ ਬੰਦਾ ਬੀਬੀ ਵਾਲਾ ਵੀ ਇਹ ਵੀ ਸਾਡੇ ਨਾਲ ਹੈ ਤੇ ਅਸੀਂ ਵੀ ਜਾਂਦੇ ਪਏ ਹਾਂ ਤੇ ਕਾਜ਼ੀ ਕੋਲ ਜਾਣਾ ਹੈ, ਉਹਨੇ ਸਾਰਾ ਫੈਸਲਾ ਕਰਨਾ, ਤੂੰ ਵੀ ਸਾਡੇ ਨਾਲ ਟੁਰ ਪਿਆ। ਬਿਲਕੁਲ ਸੋਹਣੀ ਗੱਲ। ਉਹ ਟੁਰ ਪਿਆ, ਉਹ ਵੀ ਨਾਲ ਟੁਰ ਪਿਆ। ਠੀਕ ਗਏ ਉੱਥੇ। ਹੁਣ ਜਦੋਂ ਉੱਥੇ ਗਏ ਨੇ ਨਾ ਤੇ ਕਾਜ਼ੀ ਨੇ ਆਇਆ, ਬਾਦਸ਼ਾਹ ਸੀ, ਉਹਨੇ ਪਾਣੀ ਸ਼ਾਣੀ ਪਵਾਇਆ। ਠੀਕ ਹੈ ਉਹਨੇ ਕਿਹਾ ਹਾਂ ਬਈ ਕਿੱਥੋਂ ਆਇਓ, ਕੀ ਗੱਲ ਹੈ, ਪੁੱਛਣਾ ਸੀ। ਬਿਲਕੁਲ ਉਹ ਜਿਹੜਾ ਉਹ ਬਾਦਸ਼ਾਹ ਦਾ ਪੁੱਤਰ ਸੀ ਊਂਠਾਂ ਵਾਲਾ, ਉਹ ਬੋਲਿਆ, ਉਸ ਆਖਿਆ ਬਾਦਸ਼ਾਹ ਸਲਾਮਤ ਅਸੀਂ ਤਾਂ ਆ ਗਏ ਹਾਂ, ਜੀ ਸਾਡਾ ਤਾਂ ਕੰਮ ਲੰਮਾ। ਹਾਂਜੀ ਪਹਿਲੇ ਜਿਹੜੇ ਆ 2 ਬੰਦੇ ਸਾਡੇ ਨਾਲ ਨੇ ਨਾ, ਹਾਂ ਇਹਨਾਂ ਦਾ ਤੁਸੀਂ ਨਿਬੇੜ ਲਓ। ਨਿਬੇੜ ਲਓ ਤੇ ਫਿਰ ਅਸੀਂ ਤੁਹਾਨੂੰ ਆਪਣਾ ਦੱਸਾਂਗੇ। ਠੀਕ ਹੈ ਉਹਨਾਂ ਕਿਹਾ ਹਾਂ ਵੀ ਦੱਸੋ। ਉਹਨੇ ਉਸੇ ਤਰ੍ਹਾਂ ਦੱਸੀ ਵੀ ਜੀ ਇਹ ਹੁਲੀਅਤ ਦੱਸਦੇ ਨੇ ਤੇ ਸਾਡੀ ਬੀਬੀ ਕੱਲ ਰਾਤ ਦੀ ਘਰੋਂ ਨਿਕਲੀ ਏ ਤੇ ਸਾਨੂੰ ਲੱਭਦੀ ਨਹੀਂ ਪਈ, ਦੱਸੀ ਇਹਨਾਂ ਨੇ ਇਹ ਹੁਲੀਅਤ ਦੱਸ। ਮੈਂ ਕਿਹਾ ਵੀ ਤੁਹਾਨੂੰ ਹੁਲੀਅਤ ਦਾ ਕਿਵੇਂ ਪਤਾ ਹੈ? ਅੱਛਾ ਉਹਨੇ ਆਖਿਆ ਜੀ ਕਦਮ ਲੱਗੇ ਸਨ ਤਰੇਲ ਤੇ, ਟੁਰੀ ਅਸੀਂ ਵੀ ਆ ਰਹੇ ਸਾਂ, ਦਿਨ ਚੜਿਆ ਸੀ। ਹਾਂਜੀ ਰਸਤੇ ਵਿੱਚ ਕਦਮ ਲੱਗੇ ਸਨ, ਕਦਮ ਦੱਸਦੇ ਪਏ ਸਨ ਕਿ ਤਾਜ਼ੇ ਕਦਮ ਲੱਗੇ ਸਨ। ਠੀਕ ਹੈ ਤੇ ਕਦਮ ਦੱਸਦਾ ਸੀ ਕਿ ਵਜ਼ਨੀ ਹੈ। ਵਜ਼ਨੀ ਹੈ। ਠੀਕ ਹੈ ਇੱਕ ਜਗ੍ਹਾ ਤੇ ਅੱਗੇ ਉਹ ਕਿਤੇ ਹਾਜਤ ਹੋਈ ਹੈ ਪਿਸ਼ਾਬ ਦੀ, ਉਹ ਬੈਠੀ ਹੈ ਠੀਕ ਹੈ ਤੇ ਜਦੋਂ ਉੱਠੀ ਉਹ ਦੋਵੇਂ ਤਲੀਆਂ ਲਾ ਕੇ ਉੱਠੀ। ਠੀਕ ਉਹ ਵਜ਼ਨ ਜੋ ਸੀ ਇਸ ਹਾਂ ਵਜ੍ਹਾ ਉਹ ਤੋਂ। ਦੋਵੇਂ ਤਲੀਆਂ ਲਾ ਕੇ ਉੱਠੀ ਹੈ। ਉਹ ਹੱਥਾਂ ਦਾ ਅਸਾਂ ਅੰਦਾਜ਼ਾ ਕੀਤਾ ਹੈ ਕਿ ਬੱਚੀ ਬੱਚਾ ਹੋਣ ਵਾਲਾ ਹੈ ਤੇ ਇਹ ਬੀਬੀ ਹੈ ਤੇ ਉਹਦਾ ਕਦਮ ਹੈ। ਤੇ ਜਦੋਂ ਕਦਮ ਹੈ ਨਾ ਤੇ ਉਹ ਮੁੜ ਮੁੜ ਕੇ ਪਿੱਛੋਂ ਵੇਖਦੀ ਸੀ, ਉਹਦਾ ਕਦਮ ਦੱਸਦਾ ਸੀ ਕਿ ਬੀਬੀ ਮੁੜ ਮੁੜ ਕੇ ਨਾ ਠੀਕ ਹੈ ਪਿੰਡ ਨੂੰ ਪਿੱਛੋਂ ਵੇਖਦੀ ਸੀ, ਬਈ ਮੈਨੂੰ ਕੋਈ ਵੇਂਦਾ ਤਾਂ ਨਹੀਂ ਪਿਆ। ਮਤਲਬ ਉਹਨਾਂ ਦੀ ਸਮਝਦਾਰੀ ਵੇਖੋ। ਉਹਨਾਂ ਦੀ ਸਮਝਦਾਰੀ ਵੇਖੋ। ਵਾਹ ਅੱਛਾ ਕਿ ਉਹ ਮੁੜ ਕੇ ਕਦਮ ਦੱਸਦਾ ਸੀ ਕਿ ਜਿਹੜੇ ਬੀਬੀ ਪਿੱਛੋਂ ਵੇਂਦੀ ਸੀ ਉਸ ਵੇਲੇ ਕਦਮ ਉਹਦਾ ਮੁੜਦਾ ਸੀ। ਠੀਕ ਮਤ ਪਿੱਛੋਂ ਕੋਈ ਆ ਰਿਹਾ ਹੋਵੇ। ਮਤ ਪਿੱਛੋਂ ਆ ਰਿਹਾ ਹੋਵੇ। ਠੀਕ ਹੈ ਉਹ ਕਦਮ ਉਹਨਾਂ ਨੂੰ ਦੱਸ ਦਿੱਤਾ ਕਿ ਬੀਬੀ ਇਹ ਬੱਚੀ ਬੱਚਾ ਹੋਣ ਵਾਲਾ ਹੈ ਤੇ ਘਰੋਂ ਲੜ ਕੇ ਜਾ ਰਹੀ ਹੈ, ਜਿਹੜਾ ਪਿੱਛੋਂ ਬਾਰ-ਬਾਰ ਵੇਂਦੀ ਅੱਛਾ ਤੇ ਠੀਕ ਨੱਸੀ ਜਾਂਦੀ। ਠੀਕ ਹੈ ਉਹ ਬਾਦਸ਼ਾਹ ਤੇ ਹੈਰਾਨ ਹੋ ਗਿਆ। ਉਸ ਉਹਨਾਂ ਨੂੰ ਕਿਹਾ ਭਾਈ ਇਹਨਾਂ ਕੋਲ ਬੀਬੀ ਕੋਈ ਨਹੀਂ ਤੁਹਾਡੀ, ਤੁਸੀਂ ਆਪਣੇ ਜਾ ਕੇ ਤੇ ਲੱਭੋ। ਲੱਭੋ। ਠੀਕ ਹੈ
ਇਹ ਤਾਂ ਕੋਈ ਅਕਲ ਦੇ ਸਮੁੰਦਰ ਨੇ, ਬਿਲਕੁਲ ਬੜੇ ਜ਼ਹਾਈਨ ਲੋग ਹੈ। ਬਹੁਤ ਜ਼ਹੀਨ ਲੋਕ ਨੇ। ਹਾਂਜੀ ਅੱਗੇ ਦੂਜਾ ਆ ਗਿਆ, ਉਹਨੇ ਕਿਹਾ ਜੀ ਮੇਰੀ ਊਠਣੀ। ਊਂਠਣੀ ਬਿਲਕੁਲ। ਉਹਨਾਂ ਨੇ ਕਿਹਾ ਜੀ ਊਠਣੀ ਇੱਕ ਪਾਸਿਓਂ ਪੱਤੇ ਬਾਗ ਅੱਗੇ ਕਾਇਆ ਜੀ ਤੁਸੀਂ ਲੰਘੇ ਹੋ, ਅਸਾਂ ਆਖਿਆ ਵੀ ਇੱਥੋਂ ਕੋਈ ਜਾਨਵਰ ਲੱਗਾ ਹੈ ਤੇ ਇਧਰਲੇ ਪੱਤੇ ਨੇਸ ਖਾਦੇ, ਇੱਕ ਪਾਸੇ ਦੇ ਇੱਕ ਪੱਤੇ ਪਾਸੇ। ਖਾਂਦਾ ਗਿਆ। ਹਾਂਜੀ ਇਹ ਪੱਤਾ ਵੀ ਸੀ, ਇਹਨੂੰ ਨਹੀਂ ਸੀ ਉਹਨੇ ਖਾਦਾ। ਹਾਂਜੀ, ਹਾਲਾਂਕਿ ਜਾਨਵਰ ਸਾਰਿਆਂ ਪਾਸੇ ਮੂੰਹ ਮਾਰਦਾ। ਮੂੰਹ ਮਾਰਦਾ ਹੈ। ਹਾਂਜੀ ਉਹ ਟੱਕ ਲਾ ਕੇ ਉਹਨੇ ਨਾ ਇੱਕ ਪਾਸੇ ਦੇ ਉਹ ਪੱਤੇ ਜਦੋਂ ਉਹਨੂੰ ਦਿਸਦਾ ਸੀ ਉਹ ਖਾਂਦੀ ਗਈ। ਠੀਕ ਹੈ। ਉਹਨਾਂ ਹਿਸਾਬ ਲਾਇਆ, ਉਹਨਾਂ ਆਖਿਆ ਤੇ ਬਾਕੀ ਉਹ ਕਿਤੇ ਉੱਠਣੀ ਅੱਗੇ ਜਾ ਕੇ ਬੈਠੀ ਹੈ ਨਾ, ਠੀਕ ਹੈ। ਤੇ ਉਹ ਜਦੋਂ ਉੱਠੀ ਹੈ ਜਿਹੜੀ ਸੂਣ ਵਾਲੀ ਉੱਠਣੀ ਹੁੰਦੀ ਹੈ ਨਾ, ਜੀ ਜੀ ਉਹ ਅਗਲੀ ਇੱਕ ਲਾ ਕੇ ਉੱਠਦੀ ਹੈ। ਜਦੋਂ ਉੱਠੇ ਤੇ ਉਹ ਅੱਗੇ ਸੀਨਾ ਲੈਂਦੀ ਹੈ, ਸੀਨਾ ਜ਼ਮੀਨ ਤੇ ਲਾ ਕੇ ਜੀ। ਫੇਰ ਉੱਠਣੀ ਉੱਠਦੀ ਹੈ, ਅੱਛਾ ਜਿਹੜੀ ਸੂਣ ਵਾਲੀ ਹੋਵੇ। ਠੀਕ ਹੈ। ਉਹਨਾਂ ਉਹ ਜਦੋਂ ਜਿੱਥੇ ਐਂਠਣੀ ਬੈਠੀ ਦੀ ਉਹਨਾਂ ਉਹ ਹਿਸਾਬ ਲਾਇਆ ਜੀ ਜੀ ਕਿ ਉਹ ਇੱਕ ਲਾ ਕੇ ਉੱਠਣੀ ਉੱਠੀ। ਠੀਕ ਹੈ। ਉਹਨਾਂ ਕਿਹਾ ਵੀ ਅਸਾਂ ਵੇਖੀ ਨਹੀਂ। ਠੀਕ ਉਹਨਾਂ ਸ਼ਰਤਾਂ ਦੱਸ ਦਿੱਤੀਆਂ। ਠੀਕ ਹੈ। ਉਹ ਬਾਦਸ਼ਾਹ ਦੇ ਸਿਰ ਨੂੰ ਲੈ ਕੇ ਬਹਿ ਗਿਆ ਵੀ ਇਹ ਮੈਂ ਕੀ ਜ਼ਹੀਨ ਆ, ਮੇਰੇ ਕੋਲ ਕੀ ਕਿੱਸੇ ਆਉਂਦੇ ਨੇ, ਇਹ ਤੇ ਮੇਰੇ ਨਾਲ ਵੀ ਅਗਲੇ ਮੇਰੇ ਪਾਸੇ ਨਾਲ ਵੀ ਅਗਲੇ ਪਾਸੇ ਜਿਹੜੇ ਮਿੱਟੀ ਦੇ ਨਿਸ਼ਾਨ ਲੱਗੇ ਪਛਾਣ ਜਾਂਦੇ ਨੇ। ਉਹ ਘਰ ਗਿਆ, ਇਹਨਾਂ ਦੋ ਬੰਦਿਆਂ ਨੂੰ ਉਹਨੇ ਗਲਾਤਾ। ਇਹਨਾਂ ਨੂੰ ਉਹਨਾਂ ਕਿਹਾ ਵੀ ਸਾਡਾ ਜੀ ਕੰਮ ਹਾਲੀ ਲੰਮਾ ਹੈ, ਅਸੀਂ ਤੁਹਾਨੂੰ ਦੱਸਾਂ ਦੇ, ਅੱਛਾ ਤੁਸੀਂ ਆ ਭਾਂਡੇ ਘਰ ਦੇ ਆਵੋ, ਠੀਕ ਹੈ। ਫੇਰ ਆਓ। ਇਹ ਮੁੱਕ ਗਿਆ, ਦੂਜਾ ਸਾਡਾ ਹੈ, ਇਹ ਸਾਡਾ ਮਾਲ ਹੈ। ਆਪਣਾ ਉਹਨਾਂ ਕੋਲ ਨਾ ਮੁੱਕੇ। ਨਾ ਮੁੱਕੇ, ਇਹਦੀ ਅੱਛਾ। ਵੰਡ ਤੁਸੀਂ ਕਰਨੀ ਹੈ, ਅਸੀਂ ਤੁਹਾਡੇ ਕੋਲ ਆਏ। ਠੀਕ ਹੈ। ਹੁਣ ਬਾਦਸ਼ਾਹ ਜਿਲੇ ਘਰ ਗਿਆ ਨਾ, ਤੇ ਉਹਦੀ ਕੰਮ ਸਮਝ ਤੋਂ ਬਾਹਰ ਹੋ ਗਿਆ। ਠੀਕ, ਉਹ ਸੋਚਦਾ ਗਿਆ ਸੋਚਦਾ ਕਰਾਂ ਗਿਆ, ਕੀ? ਪਰੇਸ਼ਾਨ, ਰੰਗ ਉੱਡਿਆ ਆ। ਠੀਕ ਹੈ। ਅੱਗੋਂ ਦੀ ਇੱਕੋ ਦੀ ਇੱਕ ਬੇਟੀ ਸੀ ਠੀਕ ਹੈ। ਬਾਦਸ਼ਾਹ ਦੀ, ਠੀਕ। ਇੱਕੋ ਦੀ ਇੱਕ ਬੇਟੀ। ਠੀਕ ਹੈ। ਉਸ ਪਿਓ ਦਾ ਮੂੰਹ ਵੇਖਿਆ, ਉਹ ਆਂਦੀ ਅੱਬੂ ਜੀ ਕੀ ਗੱਲ ਹੈ ਅੱਜ ਪਰੇਸ਼ਾਨ ਦਿਸਦੇ ਹੋ। ਹਾਂ ਬਿਲਕੁਲ ਸਾਰੀ ਗੱਲ ਹੈ, ਔਲਾਦ ਨੂੰ ਤਾਂ ਮੋੜ ਹਾਂਜੀ। ਟੈਨਸ਼ਨ ਬਣ ਜਾਂਦੀ ਹੈ ਨਾ ਵੀ ਕੀ ਉਹਨੇ ਗੱਲ ਕਿਹਾ ਹੈ। ਬੇਟਾ ਇਹ ਕੋਈ ਤਿੰਨ ਬੰਦੇ ਨੇ ਤੇ ਉਹ ਤਾਂ ਆਪ ਅਕਲ ਦੇ ਸਮੁੰਦਰ ਨੇ, ਤੇ ਮੇਰੇ ਕੋਲ ਉਹ ਫੈਸਲਾ ਲੈ ਕੇ ਆਏ ਨੇ, ਮੈਂ ਉਹਨਾਂ ਦਾ ਫੈਸਲਾ ਕਿਵੇਂ ਕਰਾਂ। ਅਗਰ ਫੈਸਲਾ ਅੱਜ ਇਹਨਾਂ ਦਾ ਨਾਮ ਮੇਰੇ ਕੋਲ ਹੋਇਆ ਤੇ ਮੇਰੀ ਤੇ ਬਾਦਸ਼ਾਹੀ ਤੇ ਸੁਹਾਗਾ ਫਿਰ ਗਿਆ, ਮੇਰੀ ਤਾਂ ਖਤਮ ਹੋ ਗਈ ਬਾਦਸ਼ਾਹੀ ਤੇ ਜਿਹੜੇ ਮੈਂ ਡੇਰੇ ਬੰਦਾ। ਬਿਲਕੁਲ ਮੇਰੇ ਤੇ ਅੱਜ ਅਕਲ ਦੇ ਉੱਤੇ ਹੋਇਆ ਵੀ ਹੋ ਗਿਆ, ਅਕਲ ਮੇਰੀ ਉੱਥੇ ਬਸ ਹੋ ਗਈ। ਮੇਰੀ ਬਸ ਹੋ ਗਈ। ਉਹਨਾਂ ਦੀ ਮੈਂ ਕਿਵੇਂ ਉਹਨਾਂ ਦਾ ਫੈਸਲਾ ਕਰਾਂ। ਉਹ ਮੇਰੇ ਕੋਲ ਫੈਸਲਾ ਲੈ ਕੇ ਆਏ ਤੇ ਆਪ ਅਕਲ ਦੇ ਸਮੁੰਦਰ ਨੇ। ਹਾਂ ਹਾਂ ਵਾਹ। ਉਹਨੇ ਧੀਆ ਕਿ ਅੱਬੂ ਜੀ ਤੁਸੀਂ ਪਰੇਸ਼ਾਨ ਨਾ ਹੋਵੋ, ਹਾਂਜੀ ਉਹਨਾਂ ਦਾ ਫੈਸਲਾ ਮੈਂ ਕਰ ਲਵਾਂ। ਠੀਕ ਹੈ। ਵੇਖੋ ਨਾ, ਜਿੱਥੇ ਸੋਨਾ ਗੜਿੰਦਾ ਹੋਵੇ ਨਾ, ਹਾਂਜੀ ਉੱਥੇ ਕੱਕਰੇ ਡਿੱਗਦੇ ਨੇ। ਦਿਖਦੇ ਨੇ ਜੀ ਬਿਲਕੁਲ। ਜ਼ੈਨ ਬੱਚੀ ਸੀ, ਜ਼ੈਨ ਬੱਚੀ। ਲੈਕ ਬੱਚੀ ਸੀ। ਬਿਲਕੁਲ ਲੈਕ ਬੱਚੀ ਹੋਵੇ, ਮਾਸ਼ਾਅੱਲਾ ਜ਼ੈਨ ਹੋਵੇ, ਬੇਸ਼ੱਕ ਮੋਬਾਈਲ ਵੀ ਉਹਦੇ ਕੋਲ ਹੋਵੇ, ਹਰ ਚੀਜ਼ ਉਹਦੇ ਤਮੰਨਾ ਹੋਵੇ, ਕੋਈ ਖਤਰਾ ਨਹੀਂ, ਕੋਈ ਐਸਾ ਮਸਲਾ। ਬਿਲਕੁਲ ਠੀਕ ਹੈ ਨਾ। ਬਿਲਕੁਲ ਸਾਡੀ ਔਲਾਦ ਸਾਡੀਆਂ ਮਾਸ਼ਾਅੱਲਾ ਬੱਚੀਆਂ ਲੈਕ ਹੈਨ, ਕੋਈ ਇੰਜ ਬਿਲਕੁਲ। ਨਹੀਂ ਵੇ ਸਾਰੇ ਲੁੱਗੜ ਹੀ ਨੇ। ਨਹੀਂ ਨਹੀਂ, ਬੜੇ ਬੜੇ ਬੱਚੇ ਲੈ ਬੜੇ ਕੇ। ਬੜੇ ਘਰਾਂ ਦਾਰਾਂ ਦੇ ਵਿੱਚ ਖਾਨਦਾਨ ਨੇ, ਬੜੇ ਬੜੇ ਆਲਾ ਲੋਕ ਨੇ, ਬੜੀਆਂ ਨੇਕ ਬੱਚੀਆਂ ਸਾਡੀਆਂ, ਔਲਾਦ ਹੈ ਸਾਡੀ। ਤੇ ਮੈਂ ਵੀ ਇਨਸ਼ਾਅੱਲਾ ਆਪਣੇ ਬੱਚਿਆਂ ਨੂੰ ਤਬਲੀਗ ਕਰਦਾ ਰਹਿਣਾ। ਤੁਸੀਂ ਵੀ ਘਰਾਂ ਦੇ ਵਿੱਚ ਆਪੋ ਆਪਣੇ ਬੱਚਿਆਂ ਨੂੰ ਤਬਲੀਗ ਕੀਤਾ ਕਰੋ। ਠੀਕ ਅੱਛਾ, ਉਹ ਜਦੋਂ ਉਹਨੇ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋ, ਤੁਸੀਂ ਉਹਨਾਂ ਰੋਟੀ ਸ਼ੋਟੀ ਖਵਾਓ, ਜੀ ਤੇ ਬਿਠਾਓ ਉਹਨਾਂ ਨੂੰ। ਉਹਨਾਂ ਨੂੰ ਬਿਠਾਓ। ਠੀਕ ਤੇ ਉਹ ਕੀ ਕਹਿੰਦੇ ਨੇ, ਉਹਨਾਂ ਆਖਿਆ ਜੀ ਉਹਨਾਂ ਦੇ ਊਂਠ ਨੇ 17, ਠੀਕ ਹੈ। ਤੇ ਉਹ ਵੰਡ ਕਰਨ ਆਏ ਨੇ, ਤੇ ਮੇਰੇ ਕੋਲ 17 ਊਂਠਾਂ ਦੀ ਬੇਟਾ ਵੰਡ ਨਹੀਂ ਹੋ ਰਹੀ, ਮੈਂ ਪਰੇਸ਼ਾਨ। ਹਾਂਜੀ ਉਹਨੇ ਕਿਹਾ ਅੱਬੂ ਜੀ ਉਹ ਲਿਆਓ ਨਾ ਵਾੜੇ ਵਿੱਚ ਡੱਕੋ ਆਪਣੇ ਵਿੱਚ ਅੱਛਾ 17 ਊਂਠ। ਠੀਕ ਉਹ ਨੌਕਰ ਭਜਿਆ, ਉਹਨੇ 17 ਊਂਠ ਲੈ ਆਂਦੇ, ਠੀਕ ਵਾੜੇ ਵਿੱਚ ਡੱਕੇ। ਹਾਂ ਜਦੋਂ ਵਾੜੇ ਵਿੱਚ ਡੱਕੇ ਤੇ ਉਹਨਾਂ ਕਿਹਾ ਵੀ ਲੈ ਬਈ ਅੱਬੂ ਜੀ ਇੱਕ ਊਂਠ ਆਪਣਾ ਜਿਹੜਾ ਉਹ ਇਹਨਾਂ ਦੇ ਵਿੱਚ ਲਿਆ ਕੇ ਛੱਡ ਦੇ। ਅੱਛਾ ਆਪਣੇ ਵਾੜੇ ਵਿੱਚੋਂ ਇੱਕ ਊਂਠ ਲਿਆ ਕੇ ਵਿੱਚ ਛੱਡੋ। ਇਹਨਾਂ ਦੇ 17 ਦੇ ਵਿੱਚ 17 ਦੇ 18ਵਾਂ ਰਲਾ ਦੇ। 18ਵਾਂ ਰਲਾ। ਠੀਕ ਹੈ। ਉਹਨਾਂ ਉਸੇ ਤਰੀਕੇ ਕੀਤਾ, ਉਹ ਲਿਆ ਕੇ ਤੇ ਉਹਨਾਂ ਨੇ ਨਾ ਉਹਦੇ ਵਿੱਚ ਛੱਡ ਦਿੱਤਾ। ਠੀਕ ਉਹਨਾਂ ਨੇ ਕਿਹਾ ਹੁਣ ਗਿਣੋ। ਅੱਛਾ ਉਹ ਨਾ ਗਿਣੇ ਜੀ, ਉਹ ਹੋ ਗਏ 18। ਠੀਕ ਹੈ। ਉਹਨਾਂ ਕਿਹਾ ਜਿਹਨੂੰ ਅੱਧ ਲੈਣਾ ਹੈ ਉਹ ਆਵੇ। ਠੀਕ ਹੈ। ਉਹ ਇੱਕ ਆ ਗਿਆ, ਕਹਿੰਦਾ ਅੱਧ। ਉਹਨੇ ਕਿਹਾ 9 ਊਂਠ ਤੂੰ ਲੈ ਲੈ। ਠੀਕ ਹੈ। 9 ਊਂਠ ਤੂੰ ਲੈ ਲੈ। ਤੂੰ ਲੈ ਲੈ। ਅੱਧ ਵਾਲਾ ਖਤਮ ਹੋ ਗਿਆ। ਅੱਧ ਵਾਲਾ ਖਤਮ ਹੋ ਗਿਆ, ਹਾਂਜੀ ਪਿੱਛੇ 9 ਰਹਿ ਗਏ। ਹਾਂਜੀ ਉਹਨੇ ਕਿਹਾ 6ਵੇਂ ਹਿੱਸੇ ਵਾਲਾ ਆਵੇ। ਠੀਕ ਹੈ। 6ਵੇਂ ਵਾਲਾ ਆ ਗਿਆ। ਠੀਕ ਹੈ। ਉਹਨੇ ਕਿਹਾ 6 ਊਂਠ ਤੂੰ ਲੈ ਲੈ। ਠੀਕ ਹੈ। ਉਹ 6 ਲੈ ਕੇ ਉਹਦੇ ਹੋ ਗਿਆ 9 ਤੇ 6 9 ਦੇ 6 15 ਹੋ ਗਏ। 15 ਹੋ ਗਏ। ਫਿਰ ਉਹਨੇ ਕਿਹਾ ਦੂਜੇ ਹਿੱਸੇ ਵਾਲਾ ਆ ਜਾਵੇ। ਪਿੱਛੇ ਊਂਠ ਕਿੰਨੇ ਸੀ? 3। 3 ਉਹਨੇ ਕਿਹਾ ਦੂਜੇ ਹਿੱਸੇ ਵਾਲਾ ਆ ਜਾਵੇ। ਉਹਨੇ ਉਹ ਆ ਗਿਆ। ਉਹਨੇ ਕਿਹਾ 2 ਊਂਠ ਤੂੰ ਲੈ ਲੈ। ਉਹ 2 ਊਂਠ ਉਹਨੇ ਲੈ ਲੈ। 9 ਤੇ 6 9 ਤੇ 6 ਹੋ ਗਏ 15 15 ਤੇ 2 15 ਤੇ 2 17 17 ਮੰਡੀ ਗਏ। ਮੰਡੀ ਗਏ। ਜਿਹੜਾ 18ਵਾਂ ਸੀ ਉਹਨੇ ਕਿਹਾ ਆਪਣੇ ਵਾੜੇ 'ਚ ਵਾਪਸ ਲੈ। ਓਏ ਵਾਹ ਜੀ ਵਾਹ, ਕੀ ਬਾਤ ਹੈ ਉਸਤਾਦ ਜੀ। ਉਹ ਆਸ਼ਾ ਕਰ ਉੱਠੇ। ਉਹਨਾਂ ਕਿਹਾ ਕਿ ਬਾਦਸ਼ਾਹ ਸਲਾਮਤ,
ਜਾਂ ਸਾਨੂੰ ਕਿਸੇ ਨੂੰ ਨੌਕਰ ਰੱਖ ਲਿਓ ਹਾਂਜੀ ਜਾਂ ਉਹ ਬੱਚੀ ਸਾਨੂੰ ਦਿਓ। ਸਾਨੂੰ ਦੇ ਦਿਓ। ਸ਼ਾਇਦ ਸਾਨੂੰ ਵਾਲਿਦ ਨੇ ਇਸੇ ਘਰ ਦਾ ਬੂਹਾ ਖੜਕਾਉਣ ਲਈ ਭੇਜਿਆ ਹੋਵੇ, ਭੇਜਿਆ। ਜਾਂ ਉਹ ਬੱਚੀ ਸਾਨੂੰ ਦੇ ਦਿਓ ਜੀ ਜੀ ਤੇ ਜਾਂ ਸਾਨੂੰ ਗੁਲਾਮ ਰੱਖ ਲਓ। ਠੀਕ ਹੈ। ਉਹ ਫਿਰ ਬੱਚੀ ਉਹਨਾਂ ਨੇ ਉੱਤੇ ਨਿਕਾਹ ਕਰ ਦਿੱਤਾ ਸੀ ਤੇ ਉਸ ਵੇਲੇ ਨਿਕਾਹ ਇੰਝ ਹੀ ਹੁੰਦੇ ਸੀ। ਉਹ ਕਹਿੰਦੇ ਸੀ ਮੈਂ ਨਾਦਰ ਕਾ ਤੂੰ ਬਹਾਦਰ ਕੀ, ਹੂੰ 5 ਰੁਪਏ ਚਾਦਰ ਕੇ। ਅੱਛਾ ਅੱਗੇ ਇੰਝ ਹੁੰਦੇ ਸੀ, ਮੂੰਹ ਧੋਣ ਬਹਿ ਜਾਣਾ, ਅੱਗੇ ਮੌਲਵੀ ਜਾਂ ਨਿਕਾਹ ਜਾਂ ਸੂਰਤਾਂ ਜਾਂ ਚੀਜ਼ ਜਦੋਂ ਸ਼ੁਰੂ ਤੋਂ ਦੁਨੀਆ ਬਣੀ ਹੈ ਨਾ, ਹਾਂਜੀ ਉਦੋਂ ਨਿਕਾਹ ਇੰਝ ਹੀ ਹੁੰਦੇ ਸੀ ਕਿ ਦਿਲ ਮੰਨੇ ਦਾ ਨਿਕਾਹ ਹੋ ਜਾਂਦਾ ਸੀ। ਅੱਛਾ ਇੱਕ ਜੀ ਬੰਦਾ, ਹਾਂ ਜੀ, ਉਹ ਬੜੀ ਆਦਤ ਉਹਨੇ ਕਹਿਣਾ ਅਸੀਂ ਨਾਦਰ ਕੇ ਤੁਸੀਂ ਬਹਾਦਰ ਕੇ, 5 ਰੁਪਏ ਚਾਦਰ ਕੇ, ਠੀਕ ਹੈ। ਹੈ ਕੁੜੀਏ ਤੂੰ ਕਰ ਹੂੰ, ਮੁੰਡਿਆ ਲੈ ਜਾ ਤੂੰ। ਵਾਹ ਸਮਝਦੇ ਪਏ ਨਾ? ਤੇ ਹੁਣ ਤੇ ਅਸੀਂ ਮਤਲਬ ਹਾਂ। ਕਿ ਦੀਨ ਦੇ ਹਿਸਾਬ ਨਾਲ ਅਸੀਂ ਕਰਨਾ ਹੱਥ ਨਾਦਰ ਕੇ ਤੁਸੀਂ ਬਹਾਦਰ ਕੇ, 5 ਰੁਪਏ ਚਾਦਰ ਕੇ, ਉਹ ਕੁੜੀਏ ਤੂੰ ਕਰ ਹੂੰ ਤੇ ਮੁੰਡਿਆ ਲੈ ਜਾ ਤੂੰ। ਅੱਛਾ ਉਹਲੇ- ਇਹ ਹਕੀਕਤ ਹੈ। ਇਹ ਹਕੀਕਤ ਹੈ। ਅੱਛਾ ਜੀ ਅੱਗੇ ਅਸੀਂ ਐਵੇਂ ਮਨ ਮੰਨੇ ਦਾ ਸੌਦਾ ਹੁੰਦਾ ਸੀ ਠੀਕ ਤੇ ਹੈ। ਇੱਕ ਬੰਦਾ ਬਹਿ ਕੇ ਉਹਨਾਂ ਦੇ ਬਿਆਨ ਲੈ ਲੈਂਦਾ ਸੀ ਕਿ ਤੂੰ ਇਹਦੇ ਤੇ ਰਾਜ਼ੀ ਹੋ, ਇਹਦੇ ਤੇ ਰਾਜ਼ੀ ਹੈ, ਤੇ ਉਹ ਨਿਕਾਹ ਇੰਜ ਹੋ ਜਾਂਦਾ ਸੀ ਕਿ ਉਹ ਮੀਆਂ ਬੀਵੀ ਇਕੱਠੇ ਹੋ ਜਾਂਦੇ ਸਨ, ਉਹ ਸ਼ਾਦੀ ਹੋ ਜਾਂਦੀ। ਫਿਰ ਆਸਤਾ ਆਸਤਾ ਇਲਮ ਵਧਿਆ, ਮੌਲਵੀ ਇਹ ਜਨਾਬ ਸੂਰਤਾਂ ਕਲਮੇ, ਇਹ ਬਾਅਦ ਜਦੋਂ ਪਾਕਿਸਤਾਨ ਦੁਨੀਆ ਬਣਿਆ ਖਾਨਦਾਨ ਐਵੇਂ ਵਧਿਆ। ਜ਼ਾਹਿਰੀ ਗੱਲ ਹੈ ਜਦੋਂ ਇਹ ਕੁਰਾਨ ਮਜੀਦ ਨਾਜ਼ਿਲ ਹੋਇਆ ਜਾਂ ਜਦੋਂ ਇਹ ਅੱਲਾ ਨੇ ਇਹ ਸੂਰਤਾਂ ਜਾਂ ਆਪਣਾ ਹਾਂ ਇਹ ਜੀ। ਇਲਮ ਸਾਡੇ ਤੱਕ ਪਹੁੰਚਾਇਆ, ਉਦੋਂ ਇਹ ਹਾਂ। ਅਸੀਂ ਉਦੋਂ ਦੇ ਇਸਤੇਮਾਲ ਕਰਨ ਲੱਗੇ। ਜੀ ਆ ਤੇ ਉਂਝ ਤਾਂ ਮੁੜ ਅਸੀਂ ਪੱਲੂ ਲੋਕ ਆ। ਉਹ ਜਿਵੇਂ ਕਿਸੇ ਨੇ ਨਾ ਉਹ ਬੱਚੀ ਬੱਚਾ ਹੋਣ ਵਾਲਾ ਸੀ ਨਾ, ਉਹ ਤੇ ਉਹ ਬੀਬੀ ਆਪਣੇ ਮੀਆਂ ਨੂੰ ਕਹਿੰਦੀ ਏ ਵੇ ਮੂੰਹ ਸਿਆ ਜਦੋਂ ਡੀਗਰ ਹੁੰਦੀ ਆ ਮੇਰਾ ਅੰਦਰੋਂ ਧੂੰ ਨਿਕਲਦੇ, ਧੂਆਂ ਜਿਹਾ ਨਿਕਲਦਾ। ਅੱਛਾ ਅੰਦਰੋਂ ਧੂੰ ਨਿਕਲਦਾ। ਆ ਅੰਦਰੋਂ ਧੂਆਂ ਜਿਹਾ ਨਿਕਲਦੇ ਮੂੰਹ ਸਿਆ। ਉਹ ਵਿਚਾਰਾ ਥੱਕ ਕੇ ਆਇਆ ਸੀ ਇੱਟਾਂ ਪਾ ਪਾ ਕੇ ਪੱਠੇ ਤੋਂ, ਅੱਛਾ ਤੇ ਉਹ ਆਈ ਤੇ ਉਹ ਕਹਿੰਦੀ ਏ ਮੈਨੂੰ ਕਿਤੇ ਲੈ ਜਾ, ਮੇਰੇ ਅੰਦਰੋਂ ਇੰਜ ਨਾ ਧੂਆਂ ਨਿਕਲਦੇ। ਉਸ ਆਖਿਆ ਪਤਾ ਕਰ ਜੇ ਕਾਕੇ ਨੇ ਸਿਗਰਟ ਹੀ ਨਾ ਸ਼ੁਰੂ ਕਰ ਲਿਆ। ਉਹ ਅੰਦਰ ਇਹ ਨਾ ਹੋਵੇ ਕਾਕੇ ਬੱਚੇ ਨੇ ਸਿਗਰਟ ਹੀ ਸ਼ੁਰੂ ਕੀਤਾ ਉਹਨੇ ਹੋਵੇ। ਕਿਹਾ ਪਤਾ ਕਰ ਕਿਤੇ ਕਾਕੇ ਨੇ ਸਿਗਰਟ ਹੀ ਨਾ ਸ਼ੁਰੂ ਕਰ ਆਏ ਨਾ ਚਿਰਾ ਸਾੜੀ ਲਾਇਆ ਹੋਇਆ, ਕਿਉਂਕਿ ਚਿਰਾ ਸਾੜੀ ਦੀ ਜ਼ਿਆਦਾ ਧੂਆਂ ਹੁੰਦਾ ਹੈ। ਹਾਂਜੀ ਉਹ ਤਾਂ ਸਾਡੇ ਇਹ ਕੁਣਬੇ ਸਾਡੇ ਖਾਨਦਾਨ ਉਹ ਇਹ ਅਗਲੀਆਂ ਗੱਲਾਂ ਨੇ ਨਾ ਪਲੂਆਂ ਦੀਆਂ। ਜੀ ਆ ਹਾਂਜੀ ਜਿਵੇਂ ਉਹ ਪਤਾ ਜੀ ਨਾ ਉਹ ਮੈਂ ਕੀ ਉਹ ਚੋਰੀ ਹੋਈ ਸੀ ਤੇ ਉਹਨੇ ਕਿਹਾ ਵੀ ਆਹ ਹੋਈ ਹੈ ਕਿਤੇ ਚੋਰ ਦਾ ਕੰਮ ਹੈ। ਆਹੋ ਤੇ ਉਹ ਪਹਿਲੇ ਤਾਂ ਉਹਨੇ ਕਿਹਾ ਵੀ ਇਹ ਮੌਕਾ ਲਿਖਾਵੇਗੀ, ਆਹੋ ਤੇ ਉਹਨੇ ਕਿਹਾ ਕਿਤੇ ਚੋਰ ਦਾ ਕੰਮ। ਹਾਂ, ਉਹ ਕਾਰਨ ਕੋਈ ਵੀ ਕੰਮ ਹੈ ਉਹ ਚੋਰ ਦੇਗਾ। ਚੋਰ ਦੇ ਕੰਮ। ਠੀਕ ਹੈ ਜੀ, ਅੱਜ ਸਾਡਾ ਟਾਈਮ ਜਿਹੜਾ ਹੈ ਨਾ ਇਹ ਖਤਮ ਹੋਇਆ ਤੇ ਪੇਂਡੂ ਗੱਪਸ਼ਪ ਦਾ, ਤੇ ਮੁੜ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਵਿੱਚ। ਤੇ ਮਿਹਰਬਾਨੀ ਕਰਕੇ ਜਿਹੜੀ ਅਸੀਂ ਗੱਲ ਕਰਨੇ ਆ ਵਿੱਚ ਕੋਈ ਉਰਾ ਪਰਾਂ ਹੋ ਜਾਂਦੀਆਂ ਨੇ, ਲੇਕਿਨ ਅਸੀਂ ਦੇਸੀ ਮਾਹੌਲ ਦੀਆਂ ਸਹੀ ਗੱਲਾਂ ਕਰਨੇ ਆ, ਤੁਹਾਡੇ ਅਕਲ ਵਾਲੀਆਂ